ਵੈਲਕਮ ਇਨ ਦੀ ਕਲਾਸ। ਅੱਜ ਆਪਣਾ ਯੂਨਿਟ ਸੈਕੰਡ ਚੈਪਟਰ 1 ਦਾ ਨੈਕਸਟ ਟੌਪਿਕ ਆਪਾਂ ਕੰਟੀਨਿਊ ਕਰਾਂਗੇ। ਤਾਂ ਹੁਣ ਇਹਦੇ 'ਚ 8th ਟੌਪਿਕ ਆਪਣਾ ਹੈਗਾ ਟੂ ਸਟੱਡੀ ਪੋਜੀਸ਼ਨ ਟਾਈਮ ਗ੍ਰਾਫ। ਕਿ ਪੋਜੀਸ਼ਨ ਟਾਈਮ ਗ੍ਰਾਫ ਆਪਾਂ ਸਟੱਡੀ ਕਰਨਾ ਕਿਸੇ ਵੀ ਆਬਜੈਕਟ ਦਾ, ਤਾਂ ਮੋਸ਼ਨ ਕਿਹੜਾ ਹੋਣਾ ਚਾਹੀਦਾ ਕਿ ਯੂਨੀਫਾਰਮ ਮੋਸ਼ਨ ਦੇ ਵਿੱਚ ਉਸ ਆਬਜੈਕਟ ਜਾਂ ਬੋਡੀ ਨੇ ਮੂਵ ਕਰਨਾ। ਹੁਣ ਪੋਜੀਸ਼ਨ ਟਾਈਮ ਗ੍ਰਾਫ ਸਟੱਡੀ ਕਰਨ ਦੇ ਲਈ ਆਪਣੇ ਕੋਲ ਲਿਖਿਆ ਆਪਾਂ ਪਹਿਲਾਂ ਅਜ਼ਿਊਮ ਕਰਕੇ ਚੱਲਦੇ ਹਾਂ ਕਿ ਜਿਹੜਾ ਆਪਣੇ ਕੋਲ ਆਬਜੈਕਟ ਦਿੱਤਾ ਹੋਇਆ ਉਹ ਸਟ੍ਰੇਟ ਲਾਈਨ ਦੇ ਅਲੋਂਗ ਮੂਵ ਕਰ ਰਿਹਾ, ਕਿੰਨੀ ਵੈਲੋਸਿਟੀ ਦੇ ਨਾਲ ਮੂਵ ਕਰ ਰਿਹਾ 15 ਮੀਟਰ ਪਰ ਸੈਕਿੰਡ। ਅਤੇ ਇਹ ਵੈਲੋਸਿਟੀ ਆਪਣੇ ਕੋਲ ਕਿਹਾ ਥੋਰਲੀ ਕੌਨਸਟੈਂਟ ਰਹਿੰਦੀ ਹੈ, ਕਦੇ ਵੀ ਚੇਂਜ ਨਹੀਂ ਹੋਊਗੀ ਜਿੰਨਾ ਟਾਈਮ ਉਹ ਬੋਡੀ ਜਾਂ ਆਬਜੈਕਟ ਮੋਸ਼ਨ ਦੇ ਵਿੱਚ ਆ। ਹੁਣ ਇਨੀਸ਼ੀਅਲੀ ਜਦੋਂ ਟਾਈਮ ਦੀ ਵੈਲਿਊ 0 ਸੀ ਤਾਂ ਉਸ ਆਬਜੈਕਟ ਦੀ ਡਿਸਪਲੇਸਮੈਂਟ ਆਪਣੇ ਕੋਲ ਕਿੰਨੀ ਆ 10 ਮੀਟਰ ਫਰੋਮ ਦੀ ਓਰੀਜਨ। ਕਿ ਓਰੀਜਨ ਤੋਂ ਆਪਣੇ ਕੋਲ ਆਬਜੈਕਟ ਦੀ ਇਨੀਸ਼ੀਅਲ ਡਿਸਟੈਂਸ ਕਿੰਨੀ ਸੀਗੀ 10 ਮੀਟਰ। ਕਿ ਪੋਜੀਸ਼ਨ ਦੇ ਵਿੱਚ ਕਿੰਨਾ ਚੇਂਜ ਆਇਆ ਹੋਇਆ ਸੀਗਾ। ਹੁਣ ਆਪਾਂ ਸਪੋਜ਼ ਕਰਦੇ ਕਿ ਜੇ ਡਿਸਪਲੇਸਮੈਂਟ ਆ ਕਿਸੇ ਵੀ ਆਬਜੈਕਟ ਦੀ ਇਨੀਸ਼ੀਅਲੀ ਟਾਈਮ t 0 ਦੇ ਉੱਪਰ ਆਪਾਂ ਦੇਖ ਰਹੇ ਹਾਂ, ਤਾਂ ਆਪਾਂ ਕੀ ਦੇਖ ਸਕਦੇ ਕਿ ਜਦੋਂ ਟਾਈਮ ਦੀ ਵੈਲਿਊ 0 ਸੀ ਤਾਂ x ਨੋਟ ਕਿੰਨਾ ਸੀ 10 ਮੀਟਰ। ਆਪਾਂ ਇੱਥੇ ਇਕੁਏਸ਼ਨ ਡਰਾਈਵ ਕੀਤੀ ਸੀਗੀ x = x ਨੋਟ ਪਲੱਸ vt। x ਨੋਟ ਆਪਣੇ ਕੋਲ ਕੀ ਸੀਗਾ ਕਿ ਇਨੀਸ਼ੀਅਲ ਪੋਜੀਸ਼ਨ ਕਿੰਨੀ ਸੀਗੀ ਉਸ ਆਬਜੈਕਟ ਦੀ, x ਸੀਗੀ ਫਾਈਨਲ ਪੋਜੀਸ਼ਨ ਅਤੇ v ਸੀ ਵੈਲੋਸਿਟੀ, t ਸੀ ਟਾਈਮ। ਤਾਂ ਹੁਣ ਇਸੇ ਕਰਕੇ ਆਪਾਂ ਇਸੇ ਇਕੁਏਸ਼ਨ ਦੇ ਵਿੱਚ ਵੈਲਿਊਜ਼ ਪੁੱਟ ਕਰਾਂਗੇ x = x ਨੋਟ ਪਲੱਸ vt। ਹੁਣ ਆਪਣੇ ਕੋਲ ਵੈਲਿਊਜ਼ ਕਿਹੜੀਆਂ ਨੋਨ ਨੇ ਕਿ ਟਾਈਮ ਦੀ ਵੈਲਿਊ ਜਿਵੇਂ ਜਿਵੇਂ ਚੇਂਜ ਹੋਈ ਜਾਊਗੀ ਆਪਾਂ 0 1 2 3 4 ਪੁੱਟ ਕਰੀ ਜਾਵਾਂਗੇ। x ਨੋਟ ਦੀ ਵੈਲਿਊ 10 ਮੀਟਰ ਕੌਨਸਟੈਂਟ ਰਹਿਣੀ ਆ, ਵੈਲੋਸਿਟੀ v ਦੀ ਵੈਲਿਊ 15 ਮੀਟਰ ਪਰ ਸੈਕਿੰਡ ਕੌਨਸਟੈਂਟ ਰਹੂਗੀ। ਤਾਂ ਹੁਣ ਇਸੇ ਕਰਕੇ ਜਦੋਂ ਆਪਾਂ 0 ਪੁੱਟ ਕਰਦੇ ਹਾਂ ਤਾਂ ਆਪਣੇ ਕੋਲ ਕਿੰਨੀ ਵੈਲਿਊ ਆ ਜਾਊਗੀ ਪੋਜੀਸ਼ਨ ਦੀ 10। ਤਾਂ 1 ਪੁੱਟ ਕਰਕੇ ਦੇਖੋ ਇਸ ਇਕੁਏਸ਼ਨ ਦੇ ਵਿੱਚ x ਨੋਟ ਕਿੰਨਾ ਸੀਗਾ 10 ਮੀਟਰ, v ਦੀ ਵੈਲਿਊ ਕਿੰਨੀ ਸੀਗੀ 15 ਮੀਟਰ ਪਰ ਸੈਕਿੰਡ, t ਦੀ ਵੈਲਿਊ ਕਿੰਨੀ ਆ ਹੁਣ 1। 10 + 15 ਨੂੰ 1 ਨਾਲ ਮਲਟੀਪਲਾਈ ਕੀਤਾ 15 ਤਾਂ ਕਿੰਨਾ ਆਨਸਰ ਆ ਗਿਆ 25। ਹੁਣ ਇਸੇ ਤਰ੍ਹਾਂ t ਦੀ ਵੈਲਿਊ 2 3 4 5 ਤੁਸੀਂ ਪੁੱਟ ਕਰਕੇ ਇਹ ਵੈਲਿਊਜ਼ ਨੂੰ ਫਾਈਂਡ ਆਊਟ ਕਰ ਲਓਗੇ ਅਤੇ ਆਪਣੇ ਕੋਲ ਇੱਕ ਟੇਬਲ ਬਣ ਜਾਊਗਾ ਕਿ ਜਦੋਂ ਟਾਈਮ ਦੀ ਵੈਲਿਊ 0 ਸੀ ਤਾਂ ਪੋਜੀਸ਼ਨ ਕਿੰਨੀ ਸੀ 10, ਜਦੋਂ ਟਾਈਮ ਦੀ ਵੈਲਿਊ 1 ਸੀਗੀ ਤਾਂ ਪੋਜੀਸ਼ਨ ਕਿੰਨੀ ਹੋ ਗਈ 25, ਫਿਰ 2 ਦੇ ਲਈ 40, 3 ਦੇ ਲਈ 55 ਐਂਡ ਸੋ ਔਨ। ਹੁਣ ਇਸੇ ਕਿ ਜਦੋਂ ਆਪਾਂ ਪੋਜੀਸ਼ਨ ਟਾਈਮ ਗ੍ਰਾਫ ਹੈਗਾ ਡਰਾ ਕਰਦੇ ਹਾਂ ਤਾਂ ਆਪਣੇ ਕੋਲ ਇੱਕ ਸਟ੍ਰੇਟ ਲਾਈਨ ਆ ਰਹੀ ਹੈ, ਬਟ ਇਹ ਸਟ੍ਰੇਟ ਲਾਈਨ ਦੇਖੋ ਇੱਥੋਂ ਨਹੀਂ ਸ਼ੁਰੂ ਹੋ ਰਹੀ। ਇੱਥੋਂ ਸ਼ੁਰੂ ਕਿਉਂ ਨਹੀਂ ਹੋ ਰਹੀ? ਕਿਉਂਕਿ ਇਨੀਸ਼ੀਅਲੀ ਆਬਜੈਕਟ ਕਿੱਥੇ ਪਿਆ ਸੀਗਾ 10 ਮੀਟਰ, ਕਿ ਓਰੀਜਨ ਤੋਂ ਕਿੰਨੀ ਡਿਸਟੈਂਸ ਦੇ ਉੱਪਰ ਲਾਈ ਕਰਦਾ ਸੀਗਾ 10 ਮੀਟਰ 'ਤੇ, ਤਾਂ ਹੀ ਆਪਣੇ ਕੋਲ ਗ੍ਰਾਫ ਇੱਥੋਂ ਸ਼ੋ ਜਿਹੜਾ ਕੀਤਾ ਹੈ ਇੱਥੋਂ ਸ਼ੁਰੂ ਹੋਇਆ। ਤਾਂ ਹੁਣ ਇਸ ਲਈ ਆਪਾਂ ਕੀ ਕਰਾਂਗੇ ਕਿ ਜਿਹੜੀ ਸਟ੍ਰੇਟ ਲਾਈਨ ਆ ਰਹੀ ਸੀ ਇਹਨਾਂ ਦੇ ਉੱਪਰ ਪਰਪੈਂਡੀਕੁਲਰਸ ਡਰਾ ਕੀਤੀ, ਜਿੱਥੋਂ ਆਪਾਂ ਮਰਜ਼ੀ ਪਰਪੈਂਡੀਕੁਲਰਸ ਡਰਾ ਕਰ ਸਕਦੇ। ਜੇ ਹੁਣ ਆਪਾਂ ਸਪੋਜ਼ ਇੱਥੋਂ ਆਪਾਂ 2 ਦੇ ਉੱਪਰ ਡਰਾ ਕਰਦੇ ਹਾਂ ਜਾਂ 4.5 ਕੁਛ ਵੀ ਜਿੰਨੀ ਮਰਜ਼ੀ ਵੈਲਿਊਜ਼। ਇਸੇ ਕਰਕੇ x ਅਤੇ y ਐਕਸਿਸ ਦੇ ਉੱਪਰ ਆਪਾਂ ਦੋ ਪਰਪੈਂਡੀਕੁਲਰਸ ਡਰਾ ਕੀਤੇ ਤਾਂ ਕਿ ਆਪਾਂ ਸਲੋਪ ਕੱਢ ਸਕੀਏ। ਤਾਂ ਹੁਣ ਇਹਨਾਂ ਦੇ ਲਈ ਆਪਣੇ ਕੋਲ ਕੀ ਜਦੋਂ ਆਪਾਂ A ਪੁਆਇੰਟ ਤੋਂ ਪਰਪੈਂਡੀਕੁਲਰ ਡਰਾ ਕੀਤਾ ਟਾਈਮ ਐਕਸਿਸ ਦੇ ਉੱਪਰ ਤਾਂ ਟਾਈਮ ਦੀ ਵੈਲਿਊ ਕਿੰਨੀ ਹੈ t, ਅਤੇ ਫਾਈਨਲ ਦੇ ਲਈ ਕਿੰਨੀ ਵੈਲਿਊ ਹੋ ਜਾਊਗੀ t'। ਤਾਂ ਇਸੇ ਤਰ੍ਹਾਂ ਪੋਜੀਸ਼ਨ ਦੇ ਲਈ ਜਦੋਂ ਆਪਾਂ ਪਰਪੈਂਡੀਕੁਲਰ ਡਰਾ ਕੀਤਾ ਤਾਂ ਕਿੰਨੀ ਪੋਜੀਸ਼ਨ ਆ ਗਈ x, ਫਾਈਨਲ ਦੇ ਲਈ ਹੋ ਗਈ x'। ਤਾਂ ਦੇਖੋ ਇੱਥੇ ਆਪਣੇ ਕੋਲ ਇੱਕ ਰਾਈਟ ਐਂਗਲ ਟਰਾਇੰਗਲ ਬਣ ਰਹੀ ਆ। ਤਾਂ ਹੁਣ ਜੇ ਆਪਾਂ AC ਮਤਲਬ ਚੇਂਜ ਦੇਖਣਾ ਕਿ ਕਿੰਨਾ ਆ ਰਿਹਾ ਤਾਂ ਕਿਵੇਂ ਚੇਂਜ ਫਾਈਂਡ ਕਰਦੇ ਹੁੰਦੇ ਆ ਫਾਈਨਲ ਮਾਈਨਸ ਇਨੀਸ਼ੀਅਲ ਦੇ ਲਈ। ਤਾਂ ਇੱਥੇ ਟਾਈਮ ਦੀ ਵੈਲਿਊ ਕਿੰਨੀ ਸੀਗੀ t', ਤਾਂ ਇਨੀਸ਼ੀਅਲ ਕਿੰਨੀ ਸੀ t, ਤਾਂ ਚੇਂਜ ਕਿੰਨਾ ਆ ਗਿਆ ਟਾਈਮ ਦੇ ਵਿੱਚ t' - t। ਇਸੇ ਤਰ੍ਹਾਂ ਪੋਜੀਸ਼ਨ ਦੇ ਵਿੱਚ ਚੇਂਜ ਕਿੰਨਾ ਆ ਰਿਹਾ ਹੈ x' - x, ਕਿਉਂਕਿ ਫਾਈਨਲ ਮਾਈਨਸ ਇਨੀਸ਼ੀਅਲ। ਤਾਂ ਹੁਣ ਇਹਨਾਂ ਦੇ ਲਈ ਜਦੋਂ ਆਪਾਂ ਸਲੋਪ ਫਾਈਂਡ ਕਰਦੇ ਹਾਂ ਤਾਂ ਉਹ ਆਪਣੇ ਕੋਲ ਕਿੰਨੀ ਆ ਜੂਗੀ BC/AC, ਕਿ ਜਿੰਨਾ y ਦੇ ਵਿੱਚ ਚੇਂਜ ਆਇਆ ਅਪੋਨ ਜਿੰਨਾ x ਦੇ ਅਲੋਂਗ ਚੇਂਜ ਆ ਰਿਹਾ ਸੀਗਾ। ਤਾਂ ਇਹਦੇ ਲਈ ਆਪਣੇ ਕੋਲ ਜਨਰਲ ਫਾਰਮੂਲਾ ਹੁੰਦਾ ਹੈ y' - y/x' - x। ਇਹ ਕਿਹਦੇ ਲਈ ਹੋ ਜਾਊਗਾ ਸਲੋਪ ਦੇ ਲਈ, ਜਿਹੜੀ ਆਪਾਂ ਸਲੋਪ ਫਾਈਂਡ ਕਰਨੀ। ਹੁਣ ਇੱਥੇ ਕੀ ਹੈ y ਦੇ ਪੈਰਲਲ ਆਪਣੇ ਕੋਲ ਆਹ ਚੀਜ਼ ਆ ਰਹੀ ਆ ਲਾਈਨ, ਤਾਂ ਇਹਦੇ ਅਲੋਂਗ ਆਪਾਂ ਕੀ ਰਿਪਰਜੈਂਟ ਕੀਤਾ ਹੋਇਆ x' - x। ਫਿਰ x' - x ਸੀ ਤਾਂ ਇਹਦੇ ਅਲੋਂਗ ਆਪਣੇ ਕੋਲ ਕੀ ਆ ਰਿਹਾ ਸੀਗਾ ਟਾਈਮ, ਤਾਂ ਆਪਾਂ ਕੀ ਰਿਪਰਜੈਂਟ ਕੀਤਾ t' - t। ਤਾਂ ਹੁਣ ਇਹਦੇ ਤੋਂ ਆਪਣੇ ਕੋਲ ਕੀ ਸ਼ੋ ਹੋ ਗਿਆ ਕਿ ਜਿਹੜੀ ਵੈਲੋਸਿਟੀ ਸੀ ਯੂਨੀਫਾਰਮ ਮੋਸ਼ਨ ਦੇ ਲਈ ਯਾਨੀ ਕਿ ਕਿਹਦੇ ਇਕੁਅਲ ਆ ਜਾਊਗੀ ਪੋਜੀਸ਼ਨ ਟਾਈਮ ਗ੍ਰਾਫ ਦੇ ਲਈ ਜਿੰਨੀ ਸਲੋਪ ਦੀ ਵੈਲਿਊ ਆਪਣੇ ਕੋਲ ਆਊਗੀ। ਨੈਕਸਟ ਹੈ ਟੂ ਸਟੱਡੀ ਵੈਲੋਸਿਟੀ ਟਾਈਮ ਗ੍ਰਾਫ। ਹੁਣ ਆਪਾਂ ਵੈਲੋਸਿਟੀ ਟਾਈਮ ਗ੍ਰਾਫ ਸਟੱਡੀ ਕਰਨਾ ਹੈ ਯੂਨੀਫਾਰਮ ਮੋਸ਼ਨ ਦੇ ਲਈ, ਕਿ ਆਬਜੈਕਟ ਹਮੇਸ਼ਾ ਹੀ ਕੀ ਯੂਨੀਫਾਰਮ ਮੋਸ਼ਨ ਦੇ ਵਿੱਚ ਰਹਿ ਰਿਹਾ ਹੈ। ਤਾਂ ਫਿਰ ਆਪਾਂ ਸਪੋਜ਼ ਕਰਦੇ ਹਾਂ ਕਿ ਜਿਹੜਾ ਆਬਜੈਕਟ ਆਪਣੇ ਕੋਲ ਦਿੱਤਾ ਹੋਇਆ ਉਹ ਯੂਨੀਫਾਰਮ ਮੋਸ਼ਨ ਦੇ ਵਿੱਚ ਆ, ਤਾਂ ਕਿੰਨੀ ਵੈਲੋਸਿਟੀ v ਦੇ ਨਾਲ ਮੂਵ ਕਰ ਰਿਹਾ। ਹੁਣ ਆਬਜੈਕਟ ਆਪਣੇ ਕੋਲ ਕਿ ਜੇ ਯੂਨੀਫਾਰਮ ਮੋਸ਼ਨ ਦੇ ਵਿੱਚ ਆ ਤਾਂ ਉਹਦੀ ਵੈਲੋਸਿਟੀ ਦੀ ਵੈਲਿਊਜ਼ ਮੈਗਨੀਟਿਊਡ ਆਪਣੇ ਕੋਲ ਕਿੱਥੋਂ ਆਪਾਂ ਸ਼ੁਰੂ ਕਰਦੇ ਹਾਂ ਕਿ ਟਾਈਮ ਦੀ ਵੈਲਿਊ ਇਨੀਸ਼ੀਅਲ 0 ਤੋਂ 0 1 2 3 4 ਐਂਡ ਸੋ ਔਨ। ਹਰੇਕ ਟਾਈਮ ਦੀ ਵੈਲਿਊ ਦੇ ਲਈ ਵੈਲੋਸਿਟੀ ਕਿੰਨੀ ਹੋ ਜਾਊਗੀ v, ਕਿਉਂਕਿ ਯੂਨੀਫਾਰਮ ਮੋਸ਼ਨ ਦੇ ਵਿੱਚ ਸੀ ਅਤੇ ਵੈਲੋਸਿਟੀ ਉਹਦੀ ਕੌਨਸਟੈਂਟ ਰਹਿ ਰਹੀ ਆ। ਤਾਂ ਇਸੇ ਕਰਕੇ ਜਿਹੜਾ ਆਪਣੇ ਕੋਲ ਗ੍ਰਾਫ ਆਊਗਾ ਟਾਈਮ ਅਤੇ ਵੈਲੋਸਿਟੀ ਦੇ ਵਿਚਕਾਰ ਉਹ ਕਿ ਇੱਕ ਸਟ੍ਰੇਟ ਲਾਈਨ ਆਊਗੀ, ਬਟ ਉਹ ਸਟ੍ਰੇਟ ਲਾਈਨ ਕਿਵੇਂ ਆ ਰਹੀ ਹੈ ਪੈਰਲਲ ਟੂ ਟਾਈਮ ਐਕਸਿਸ। ਹੁਣ ਇਹਦੇ ਵਿੱਚ ਆਪਣੇ ਕੋਲ ਇਨਕਲਾਈਨਡ ਨਹੀਂ ਆ ਰਿਹਾ ਤਾਂ ਪੈਰਲਲ ਟੂ ਟਾਈਮ ਐਕਸਿਸ ਆ। ਤਾਂ ਹੁਣ ਕਿਉਂਕਿ ਟਾਈਮ ਲਗਾਤਾਰ ਵਧੀ ਜਾਂਦਾ ਬਟ ਆਬਜੈਕਟ ਕੀ ਆ ਇਨੀਸ਼ੀਅਲ ਵੈਲੋਸਿਟੀ ਨਾਲ ਮੂਵ ਕਰ ਰਿਹਾ ਤਾਂ ਵੈਲੋਸਿਟੀ ਉਹਦੀ ਕੌਨਸਟੈਂਟ ਰਹਿ ਰਹੀ ਆ।
ਤਾਂ ਹੁਣ ਇਸੇ ਕਰਕੇ ਆਪਾਂ ਨੈਕਸਟ ਹੈ ਕਿ ਡਿਸਪਲੇਸਮੈਂਟ ਦੇਖਣੀ ਹੈ ਕਿ ਆਬਜੈਕਟ ਦੀ ਕਿੰਨੀ ਆ ਰਹੀ ਹੈ ਦਿੱਤੇ ਹੋਏ ਟਾਈਮ ਇੰਟਰਵਲ ਦੇ ਵਿੱਚ। ਤਾਂ ਫਿਰ ਇਹਦੇ ਲਈ ਆਪਾਂ ਕੀ ਕਰਾਂਗੇ, ਪਰਪੈਂਡੀਕੂਲਰਸ ਡਰਾ ਕਰਾਂਗੇ। ਪਰਪੈਂਡੀਕੂਲਰਸ ਡਰਾ ਕੀਤੇ ਆਪਾਂ ਟਾਈਮ ਤੇ ਵੈਲੋਸਿਟੀ ਐਕਸਿਸ ਦੇ ਉੱਪਰ a ਡੈਸ਼ b ਡੈਸ਼। ਤਾਂ ਹੁਣ ਟਾਈਮ ਦੇ ਲਈ ਫਿਰ ਆਪਾਂ ਟਾਈਮ ਐਕਸਿਸ ਦੇ ਅਲੋਂਗ ਮਤਲਬ ਐਕਸ ਐਕਸਿਸ ਦੇ ਅਲੋਂਗ ਜੇ ਆਪਾਂ ਵੈਲਿਊ ਦੇਖੀਏ ਕਿ ਕਿੰਨਾ ਚੇਂਜ ਆ ਰਿਹਾ ਤਾਂ ਉਹ ਕਿੰਨਾ ਹੋ ਜਾਊਗਾ t ਡੈਸ਼ ਮਾਈਨਸ ਟੀ। ਫਿਰ ਆਹ ਸਾਰੀ ਵੈਲਿਊਜ਼ ਆਪਣੇ ਕੋਲ ਕਿਸੇ ਕੌਨਸਟੈਂਟ ਰਹਿ ਰਹੀਆਂ ਸੀਗੀਆਂ, ਇਹ ਵਾਲੀ a ਡੈਸ਼ ਤੇ b ਡੈਸ਼ ਇਹਦੇ ਪੈਰਲਲ ਨੇ ਤਾਂ 0 to v ਤੱਕ। ਤਾਂ ਇੱਥੇ ਵੈਲਿਊ ਕਿੰਨੀ ਸੀ ਵੈਲੋਸਿਟੀ ਦੀ v। ਤਾਂ ਏਰੀਆ ਕਿੰਨਾ ਹੋ ਗਿਆ, ਏਰੀਆ a b ਡੈਸ਼ a ਡੈਸ਼ ਤਾਂ ਕਿੰਨੀ ਵੈਲਿਊ ਆ ਜੂਗੀ ਲੈਂਥ ਇਨਟੂ ਬ੍ਰੈਥ। ਤਾਂ ਲੈਂਥ ਆਪਣੇ ਕੋਲ ਕਿੰਨੀ ਹੋ ਜੂਗੀ t ਡੈਸ਼ ਮਾਈਨਸ ਟੀ ਤੇ ਬ੍ਰੈਥ ਆਪਣੇ ਕੋਲ ਕਿੰਨੀ ਹੋਗੀ ਨਾਲ ਇੱਧਰੋਂ ਮਤਲਬ ਲੈਂਥ ਇਨਟੂ ਬ੍ਰੈਥ ਵਿੱਚ ਵੈਲਿਊਜ਼ ਪੁੱਟ ਕਰ ਦਿਓ v ਇਨਟੂ ਟੀ ਡੈਸ਼ ਮਾਈਨਸ ਟੀ। ਫਿਰ ਹੁਣ ਨੈਕਸਟ ਦੇ ਲਈ ਵਿੱਚ ਦੇਖੋ ਆਪਣੇ ਕੋਲ ਇੱਕ ਜਿਹੜੀ ਇਕੁਏਸ਼ਨ ਆਪਾਂ ਡਰਾਈਵ ਕੀਤੀ ਸੀਗੀ ਤਾਂ ਉੱਥੇ ਆਪਣੇ ਕੋਲ ਰਿਲੇਸ਼ਨ ਕੀ ਆ ਰਿਹਾ ਸੀਗਾ x ਡੈਸ਼ ਮਾਈਨਸ x ਕਿਹਦੇ ਇਕੁਅਲ ਸੀਗਾ v ਇਨਟੂ ਟੀ ਡੈਸ਼ ਮਾਈਨਸ ਟੀ। ਬਟ ਜਿਹੜੀ ਇਕੁਏਸ਼ਨ ਆਪਾਂ ਡਰਾਈਵ ਕੀਤੀ ਹੈ ਇੱਥੇ ਵੀ ਕੀ ਆ ਰਿਹਾ v ਇਨਟੂ ਟੀ ਡੈਸ਼ ਮਾਈਨਸ ਟੀ, ਬਟ ਇਹ ਕਿਹਦੇ ਇਕੁਅਲ ਆ ਏਰੀਆ a b ਡੈਸ਼ a ਡੈਸ਼। ਤਾਂ ਦੋਨੋਂ ਇਕੁਏਸ਼ਨਸ ਦੇ ਵਿੱਚ ਆਪਣੇ ਕੋਲ ਕੀ ਹੈ ਰਾਈਟ ਹੈਂਡ ਸਾਈਡ ਸੇਮ ਆ ਰਹੀ ਆ v t ਡੈਸ਼ ਮਾਈਨਸ ਟੀ v t ਡੈਸ਼ ਮਾਈਨਸ ਟੀ। ਤਾਂ ਉਹਦੀ ਲੈਫਟ ਹੈਂਡ ਸਾਈਡ ਕੀ ਹੋ ਜੂਗੀ ਇਕੁਅਲ। ਤਾਂ ਇਸੇ ਕਰਕੇ x ਡੈਸ਼ ਮਾਈਨਸ x ਕਿਹਦੇ ਇਕੁਅਲ ਹੋ ਗਿਆ ਏਰੀਆ a b ਡੈਸ਼ a ਡੈਸ਼। ਨੈਕਸਟ ਹੈ ਆਪਣੇ ਕੋਲ ਐਕਸਲਰੇਟਡ ਮੋਸ਼ਨ। ਤਾਂ ਇਹਦੀ ਤੁਸੀਂ ਇੱਕ ਵਾਰ ਬਸ ਮੇਨ ਡੈਫੀਨੇਸ਼ਨ ਰੀਡ ਕਰੋਗੇ ਕਿ ਜਿਹੜੀ ਐਕਸਲਰੇਸ਼ਨ ਹੈ ਕਿਸੇ ਵੀ ਆਬਜੈਕਟ ਦੀ ਉਹਦੀ ਕੀ ਹੁੰਦਾ ਹੈ, ਐਕਸਲਰੇਸ਼ਨ ਕਿਹਦੇ ਇਕੁਅਲ ਹੁੰਦੀ ਆ ਵੈਲੋਸਿਟੀ ਅਪੋਨ ਟਾਈਮ। ਕਿ ਦਿੱਤੇ ਹੋਏ ਟਾਈਮ ਦੇ ਵਿੱਚ ਉਸ ਬਾਡੀ ਜਾਂ ਉਸ ਆਬਜੈਕਟ ਦੀ ਵੈਲੋਸਿਟੀ ਦੇ ਵਿੱਚ ਕਿੰਨਾ ਚੇਂਜ ਆ ਰਿਹਾ ਹੈ ਤਾਂ ਉਹ ਆਪਣੇ ਕੋਲ ਕੀ ਹੁੰਦੀ ਆ ਐਕਸਲਰੇਸ਼ਨ। ਤਾਂ ਹੁਣ ਕਿ ਜੇ ਕਿਸੇ ਵੀ ਆਬਜੈਕਟ 'ਤੇ ਆਪਾਂ ਗੱਲ ਕਰ ਰਹੇ ਹਾਂ ਉਹ ਕੌਨਸਟੈਂਟ ਐਕਸਲਰੇਸ਼ਨ ਦੇ ਨਾਲ ਮੂਵ ਕਰ ਰਿਹਾ ਤਾਂ ਉੱਦਾਂ ਦਾ ਮੋਸ਼ਨ ਆਪਣੇ ਕੋਲ ਕੀ ਹੋ ਜਾਊਗਾ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ। ਹੁਣ ਨੈਕਸਟ ਹੈ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਇਨ ਅ ਸਟ੍ਰੇਟ ਲਾਈਨ। ਕਿ ਸਟ੍ਰੇਟ ਲਾਈਨ ਦੇ ਅਲੋਂਗ ਆਪਾਂ ਮੋਸ਼ਨ ਦੇਖਣਾ ਹੈ ਉਸ ਆਬਜੈਕਟ ਜਾਂ ਬਾਡੀ ਦਾ। ਤਾਂ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਦੇ ਵਿੱਚ ਆਪਣੇ ਕੋਲ ਕੀ ਆ ਕਿ ਕਿਸੇ ਵੀ ਆਬਜੈਕਟ ਦਾ ਮੋਸ਼ਨ ਹੈ ਜੇ ਆਪਾਂ ਉਹਨੂੰ ਕਦੋਂ ਯੂਨੀਫਾਰਮਲੀ ਐਕਸਲਰੇਟਡ ਕਹਿ ਕੇ ਚੱਲਦੇ ਹਾਂ ਕਿ ਜਦੋਂ ਉਹਨਾਂ ਦੀ ਵੈਲੋਸਿਟੀ ਆ ਤਾਂ ਉਹਦੇ ਵਿੱਚ ਸੇਮ ਚੇਂਜ ਆ ਰਿਹਾ ਇਨ ਈਚ ਯੂਨਿਟ ਆਫ ਟਾਈਮ। ਜੇ ਆਪਾਂ 1 ਸੈਕਿੰਡ ਦਾ ਡਿਫਰੈਂਸ ਲਿਆ ਜਾਂ 5 ਸੈਕਿੰਡ ਦਾ ਡਿਫਰੈਂਸ ਲਿਆ ਤਾਂ ਵੈਲੋਸਿਟੀ ਦੇ ਵਿੱਚ ਜਿਹੜਾ ਚੇਂਜ ਆਊਗਾ ਸੇਮ ਮਤਲਬ ਵੈਲੋਸਿਟੀ ਅਪੋਨ ਟਾਈਮ। ਜੇ ਟਾਈਮ ਦੇ ਵਿੱਚ ਆਪਾਂ 1 ਸੈਕਿੰਡ 5 ਸੈਕਿੰਡ ਦਾ ਡਿਫਰੈਂਸ ਲਿਆ ਤਾਂ ਵੈਲੋਸਿਟੀ ਦੇ ਵਿੱਚ ਵੀ ਸੇਮ ਹੀ ਚੇਂਜ ਆਊਗਾ। ਇਹ ਨਹੀਂ ਹੋਊਗਾ ਕਿ ਜੇ ਟਾਈਮ ਆਪਾਂ ਲਗਾਤਾਰ ਵਧਾ ਰਹੇ ਹਾਂ 1 ਸੈਕਿੰਡ ਦਾ ਡਿਫਰੈਂਸ ਰਿਹਾ ਤਾਂ ਵੈਲੋਸਿਟੀ ਦੇ ਵਿੱਚ ਕੋਈ ਚੇਂਜ ਨਹੀਂ ਆਇਆ ਜਾਂ ਘੱਟ ਜਾਂ ਵੱਧ ਚੇਂਜ ਆਇਆ, ਸੇਮ ਚੇਂਜ ਹੀ ਆਊਗਾ ਥੋਰੋਲੀ। ਫਿਰ ਨੈਕਸਟ ਹੈ ਐਵਰੇਜ ਸਪੀਡ। ਤਾਂ ਹੁਣ ਐਵਰੇਜ ਸਪੀਡ ਦੇ ਵਿੱਚ ਆਪਣੇ ਕੋਲ ਕੀ ਆ ਕਿ ਪਾਥ ਲੈਂਥ ਹੋਊਗੀ ਉਸ ਆਬਜੈਕਟ ਜਾਂ ਬਾਡੀ ਦੇ ਲਈ ਜਿੰਨਾ ਉਹਨੇ ਪਾਥ ਕਵਰ ਕੀਤਾ ਹੈ ਅਤੇ ਆਪਣੇ ਕੋਲ ਰੇਸ਼ੋ ਕਿਹਦੀ ਆਊਗੀ ਕਿ ਕਿੰਨੇ ਟਾਈਮ ਦੇ ਵਿੱਚ ਉਹਨੇ ਕਿੰਨੀ ਪਾਥ ਲੈਂਥ ਕਵਰ ਕੀਤੀ ਤਾਂ ਉਹ ਕੀ ਹੋ ਜਾਊਗੀ ਐਵਰੇਜ ਸਪੀਡ। ਫਿਰ ਐਵਰੇਜ ਵੈਲੋਸਿਟੀ ਆਪਣੇ ਕੋਲ ਕੀ ਹੋ ਜਾਊਗੀ ਰੇਸ਼ੋ ਹੋਊਗੀ ਡਿਸਪਲੇਸਮੈਂਟ ਅਪੋਨ ਟਾਈਮ। ਹੁਣ ਇਹ ਆਪਣੇ ਕੋਲ ਜਿਹੜੀ ਐਵਰੇਜ ਵੈਲੋਸਿਟੀ ਆ ਉਹ ਕੀ ਹੈ ਇੱਕ ਵੈਕਟਰ ਕੁਆਂਟਿਟੀ ਹੈ। ਫਿਰ ਵੈਕਟਰ ਕੁਆਂਟਿਟੀ ਕਿਹੜੀ ਹੁੰਦੀ ਆ ਕਿ ਕਿਸੇ ਵੀ ਕੁਆਂਟਿਟੀ ਨੂੰ ਐਕਸਪ੍ਰੈਸ ਕਰਨ ਦੇ ਲਈ ਆਪਣੇ ਕੋਲ ਮੈਗਨੀਟਿਊਡ ਅਤੇ ਡਾਇਰੈਕਸ਼ਨ ਦੋਨੋਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਤਾਂ ਹੁਣ ਆਪਾਂ ਸਪੋਜ਼ ਕਰਕੇ ਚੱਲਦੇ ਹਾਂ ਕਿ ਇਨੀਸ਼ੀਅਲੀ ਆਬਜੈਕਟ ਕੀ ਆ ਓਰੀਜਨ ਦੇ ਉੱਪਰ ਆ ਜਦੋਂ ਟਾਈਮ ਦੀ ਵੈਲਿਊ 0 ਸੀ, ਬਟ ਟਾਈਮ ਦੀ ਵੈਲਿਊ ਜਦੋਂ ਵੱਧ ਗਈ ਤਾਂ ਆਬਜੈਕਟ ਕੀ ਸੀਗਾ A ਪੁਆਇੰਟ ਦੇ ਉੱਪਰ ਪਹੁੰਚ ਗਿਆ ਟਾਈਮ t ਦੇ ਲਈ ਤਾਂ ਉਹਨੇ ਕਿੰਨੀ ਡਿਸਪਲੇਸਮੈਂਟ ਕਵਰ ਕੀਤੀ ਆ x। ਤਾਂ ਉਸ ਤੋਂ ਬਾਅਦ ਟਾਈਮ ਦੀ ਵੈਲਿਊ ਫਿਰ ਵੱਧ ਰਹੀ ਆ ਅਤੇ ਟਾਈਮ ਦੀ ਵੈਲਿਊ ਵੱਧ ਕੇ t ਡੈਸ਼ ਹੋ ਗਈ ਤਾਂ ਆਬਜੈਕਟ ਕਿੱਥੇ ਪਹੁੰਚ ਗਿਆ B ਤੇ ਕਿੰਨੀ ਡਿਸਟੈਂਸ ਕਵਰ ਕਰ ਲਈ ਉਹਨੇ x ਡੈਸ਼। ਤਾਂ ਹੁਣ ਇਸੇ ਕਰਕੇ ਆਪਣੇ ਕੋਲ ਐਵਰੇਜ ਵੈਲੋਸਿਟੀ ਕਿੰਨੀ ਹੋ ਜੂਗੀ ਕਿਉਂਕਿ ਵੈਲੋਸਿਟੀ ਕਿਹਦੇ ਇਕੁਅਲ ਹੁੰਦੀ ਹੈ ਡਿਸਪਲੇਸਮੈਂਟ ਅਪੋਨ ਟਾਈਮ। ਡਿਸਪਲੇਸਮੈਂਟ ਕਿਵੇਂ ਆ ਜੂਗੀ ਹੁਣ ਇੱਥੇ ਫਾਈਨਲ ਮਾਈਨਸ ਇਨੀਸ਼ੀਅਲ ਕਿ ਕਿੰਨੀ ਉਹਨੇ ਪਾਥ ਲੈਂਥ ਕਵਰ ਕੀਤੀ ਹੋਈ ਹੈ ਤਾਂ x ਡੈਸ਼ ਮਾਈਨਸ x ਅਪੋਨ ਟਾਈਮ। ਤਾਂ ਟਾਈਮ ਦੇ ਵਿੱਚ ਕਿੰਨਾ ਚੇਂਜ ਆਇਆ t ਡੈਸ਼ ਮਾਈਨਸ t। ਤਾਂ ਐਵਰੇਜ ਵੈਲੋਸਿਟੀ ਕਿਹਦੇ ਇਕੁਅਲ ਹੋ ਗਈ x ਡੈਸ਼ ਮਾਈਨਸ x ਅਪੋਨ t ਡੈਸ਼ ਮਾਈਨਸ t। ਤਾਂ ਇਸੇ ਤਰ੍ਹਾਂ ਐਕਸਲਰੇਸ਼ਨ ਕਿ ਜਦੋਂ ਟਾਈਮ ਦੀ ਵੈਲਿਊ ਆਪਣੇ ਕੋਲ 0 ਸੀ ਤਾਂ ਉਸ ਵਾਲਾ ਕੀ ਹੈ ਲਗਾਤਾਰ ਆਪਣੇ ਕੋਲ ਆਬਜੈਕਟ ਜਿਹੜਾ ਮੂਵ ਕਰ ਰਿਹਾ ਜਦੋਂ ਟਾਈਮ ਦੀ ਵੈਲਿਊ ਵੱਧ ਕੇ t ਹੋ ਗਈ ਤਾਂ ਉਹ ਕਿੱਥੇ ਪਹੁੰਚ ਗਿਆ A ਤੇ। ਉਦੋਂ ਵੈਲੋਸਿਟੀ ਕਿੰਨੀ ਸੀਗੀ ਉਹਦੀ B। ਫਿਰ ਜਦੋਂ B ਦੇ ਉੱਪਰ ਪਹੁੰਚਿਆ ਤਾਂ ਟਾਈਮ ਦੀ ਵੈਲਿਊ ਕਿੰਨੀ ਹੋ ਗਈ t ਡੈਸ਼ ਤਾਂ ਵੈਲੋਸਿਟੀ ਵਿੱਚ ਕਿੰਨਾ ਚੇਂਜ ਆਇਆ V ਡੈਸ਼। ਤਾਂ ਐਕਸਲਰੇਸ਼ਨ ਕੀ ਹੁੰਦੀ ਆ ਵੈਲੋਸਿਟੀ ਅਪੋਨ ਟਾਈਮ। ਵੈਲੋਸਿਟੀ ਵਿੱਚ ਕਿੰਨਾ ਚੇਂਜ ਆਇਆ V ਡੈਸ਼ ਮਾਈਨਸ B। V ਡੈਸ਼ ਮਾਈਨਸ B ਕਿੰਨੇ ਦੇ ਵਿੱਚ ਆਇਆ t ਡੈਸ਼ ਮਾਈਨਸ t ਇੰਨੇ ਟਾਈਮ ਇੰਟਰਵਲ ਦੇ ਵਿੱਚ। ਤਾਂ ਐਕਸਲਰੇਸ਼ਨ ਵੀ ਆਪਣੇ ਕੋਲ ਇੱਕ ਵੈਕਟਰ ਕੁਆਂਟਿਟੀ। ਹੁਣ ਉਸ ਤੋਂ ਨੈਕਸਟ ਹੈ ਆਪਣੇ ਕੋਲ ਫਾਰਮੂਲੇ ਡਰਾਈਵ ਕਰਨੇ ਆਪਾਂ ਇਕੁਏਸ਼ਨਸ ਦੇ ਲਈ। ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਹੈ ਵੈਲੋਸਿਟੀ ਟਾਈਮ ਰਿਲੇਸ਼ਨ। ਤਾਂ ਆਪਾਂ ਪਹਿਲਾਂ ਸਪੋਜ਼ ਕਰਕੇ ਚੱਲਦੇ ਹਾਂ ਕਿ ਜਿਹੜਾ ਆਬਜੈਕਟ ਆ ਉਹ ਯੂਨੀਫਾਰਮਲੀ ਐਕਸਲਰੇਟਡ ਮੋਸ਼ਨ ਦੇ ਵਿੱਚ ਆ ਮੂਵ ਕਰ ਰਿਹਾ ਹੈ ਤਾਂ ਉਹਨੇ ਕਿੰਨੀ ਵੈਲੋਸਿਟੀ ਅਕਵਾਇਰ ਕੀਤੀਆਂ ਹੋਈਆਂ ਨੇ V ਤੇ V ਡੈਸ਼ ਕਿੰਨੇ ਟਾਈਮ ਦੇ ਲਈ t ਤੇ t ਡੈਸ਼ ਦੇ ਲਈ।
तो जो ऑब्जैक्ट यूनीफॉर्मली एक्सेलरेटेड मोशन के तो वो कॉन्सटेंट एक्सेलरेशन रह रही है। हाँ जो मोशन अपने को यूनीफॉर्मली एक्सेलरेटेड आ तो एक्सेलरेशन की है कॉन्सटेंट का। नैक्सट हम ये तो आप ड्राइव करनी है फस्ट इक्वेशन वेलोसिटी टाइम रिलेशन। हम वेलोसिटी टाइम रिलेशन आ तो ये अपने को इक्वेशन आ जी आप पहला ड्राइव कर चुके हैं v डैश इज इक्वल टू v प्लस a इंटू टी डैश माइनस टी। तो हम अपने को देखो ये आप पुट करते हैं कि जी वैल्यू दी हुई नहीं कि ऑब्जैक्ट इनिशियली अपने को टाइम टी इज इक्वल टू 0 के लिए कितनी वेलोसिटी एक्वायर की उन्हें u, तो जो टाइम की वैल्यू t होगी तो वो वेलोसिटी कितनी होगी v। बट एक्सेलरेशन कि इक्वल होंगी है वेलोसिटी अपॉन टाइम, तो वेलोसिटी के कितना चेंज आया v डैश माइनस v, जिमें आप पहला ड्राइव किया इतने v डैश माइनस v लिखा सीगा, मतलब फाइनल माइनस इनिशियल वेलोसिटी। तो इस करके इत्थे भी अपने को फाइनल वेलोसिटी कितनी आ v, इनिशियल वेलोसिटी सी u। v वेलोसिटी कदों सी जो टाइम की वैल्यू सी t, तो u कदों उन्हें एक्वायर की जो टाइम की वैल्यू 0 सी। तो इक्वेशन की बन गई v माइनस u अपॉन t। तो इन्हू रीअरेंज कर दो, क्रॉस मल्टीप्लाई कर दो, तो वैल्यू कितनी आ जाएगी अपने को ए टी इज इक्वल टू वी माइनस यू, वी इज इक्वल टू यू प्लस ए टी। हम उस तो बाद नैक्सट है अपने को पोजीशन टाइम रिलेशन। तो हम इन्होंने किया फिर कोई ना कोई जो ऑब्जैक्ट आप दिता होया कॉन्सटेंट एक्सेलरेशन के नाल मूव कर रहा स्ट्रेट लाइन के अलॉन्ग, तो आप अज्यूम करते हैं कि वी उन्हें की सी वेलोसिटी तो एक्स की सी डिसप्लेसमेंट उस ऑब्जैक्ट के लिए कदों किसी भी टाइम टी के लिए। तो वी डैश तो एक्स डैश अपने को की सी टी डैश के लिए वैल्यूज किन्नी उन्हें वेलोसिटी एक्वायर की सी, किन्नी उहदी डिसप्लेसमेंट सी। तो अपने को एवरेज वेलोसिटी जी आप इक्वेशन पहला ड्राइव करके आती सी, तो वह किन्नी सी वी एवरेज कि इक्वल सी एक्स डैश माइनस एक्स अपॉन टी डैश माइनस टी। तो उस इक्वेशन आप हम यूज़ करांगे, फिर रीअरेंज करो एक्स डैश माइनस एक्स कि इक्वल हो गया वी एवरेज इंटू टी डैश माइनस टी। तो रीअरेंज करके इक्वेशन बन गई एक्स डैश इज इक्वल टू एक्स प्लस वी एवरेज इंटू टी डैश माइनस टी। बट आप जो किसी भी दो नंबर्स की एवरेज वैल्यू फाइंड करते हैं तो आप किमें फाइंड करते होंगे कि जिन्ने नंबर आपको दिते हुए आप उन्होंने प्लस करके उन्ने ही नंबर्स के नाल डिवाइड करते हैं। तो हम अपने को वेलोसिटी वैल्यूज कितनी सी वी तो वी डैश दोनों आप प्लस किया, दो नंबर्स को प्लस किया तो दो दे नाल ही आप डिवाइड किया। तो इक्वेशन की बन जूगी वी एवरेज इज इक्वल टू हाफ इंटू वी प्लस वी डैश। हम उही वैल्यूज आप इतने पुट करनी एक्स डैश इज इक्वल टू एक्स प्लस हम इतने की सी वी एवरेज की वैल्यू सी उही वैल्यू आप इतने पुट की हाफ इंटू वी प्लस वी डैश। टी डैश माइनस टी एज इट इज़ पिया सी, तो आप उवें ही नाल दी नाल उहनूं मल्टीप्लाई करांगे। तो हम अगे अपने को इक्वेशन की बन गई फिर एक्स डैश इज इक्वल टू एक्स प्लस हम आप इतने वैल्यू पुट करनी आ वी डैश की। बट वी डैश कि इक्वल सीगा वी प्लस ए टी डैश माइनस टी, जिहड़ियां आपां वेलोसिटी दी वैल्यूज पहला पुट करके आंदियां सीगियां कि एक्सेलरेशन कि इक्वल सी वी डैश माइनस वी अपॉन टी डैश माइनस टी, जां अपना इनू रीअरेंज करके इक्वेशन बनाई सी वी डैश इज इक्वल टू वी प्लस ए टी डैश माइनस टी। तो वही वैल्यूज आप इतने पुट कर दियाँ वी प्लस ए टी डैश माइनस टी। तो हम इन्हों रीअरेंज करो, फिर रीअरेंज किए तो की बनी इक्वेशन एक्स डैश इज इक्वल टू एक्स प्लस हाफ वी प्लस वी कि इक्वल हो गया टू वी प्लस ए टी डैश माइनस टी, नाल टी डैश माइनस टी मल्टीप्लाई के सी तो एज इट इज़ हम ब्रैकेट ओपन कर दो टू वी सीगा टू के टू कट हो गया तो वी ब्रैकेट के बाहर आ टी डैश माइनस टी, तो यह की है दोनों टर्म्स के नाल मल्टीप्लाई होगा तो एक्स प्लस वी टी डैश माइनस टी प्लस हाफ ना हाफ अंदर गया ए टी डैश माइनस टी दो बारी आ रहा तो स्केयर। हम आप सपोज करते कि इनिशियली जो टाइम की वैल्यू 0 सी तो डिसप्लेसमेंट कितनी हो जाएगी एक्स नॉट, तो इनिशियल वेलोसिटी कितनी होगी यू। टाइम की वैल्यू बढ़ के टी होगी तो डिसप्लेसमेंट की वैल्यू कितनी हो जानी है एक्स, तो वेलोसिटी कितनी हो जाएगी फाइनल बी। तो वैल्यूज पुट करो हम एक्स कि इक्वल हो गया डैश हो गया एक्स के इक्वल, एक्स कि इक्वल हो जाएगा एक्स नॉट, बी कि इक्वल हो जाएगा यू, टी डैश की जगह तो की आ गया टी, टी की जगह तो 0 जो आप इनिशियल टाइम शुरू तो किया है तो इनिशियल वेलोसिटी ने यू एक्वायर की तो हाफ ए टी माइनस 0 होल स्केयर। तो नैट इक्वेशन बन गई एक्स इज इक्वल टू एक्स नॉट प्लस यू टी प्लस हाफ ए टी स्केयर। हम एक्स नॉट नू लैफ्ट हैंड साइड लै जाओ एक्स माइनस एक्स नॉट कि इक्वल हो गया यू टी प्लस हाफ ए टी स्केयर, बट एक्स माइनस एक्स नॉट कि इक्वल होंगे एस दे किन्ने टोटल डिसप्लेसमेंट कवर की। तो इक्वेशन बन गई एस इज इक्वल टू यू टी प्लस हाफ ए टी स्केयर। नैक्सट है वेलोसिटी टाइम डिसप्लेसमेंट रिलेशन। तो हम ये अपने को किया एक्सेलरेशन कि इक्वल होंगी है वेलोसिटी अपॉन टाइम। हम जे अपने को दो वेलोसिटीज़ की गल कर रहे हैं आप दो अलग अलग टाइम के लिए, तो इक्वेशन आप किमें लिखांगे
वी डैश माइनस वी अपॉन टी डैश माइनस टी, मतलब एक्सेलरेशन किहदे इक्वल हुंदी आ, चेंज इन वेलोसिटी अपॉन चेंज इन टाइम इंटरवल। तो हम इन्हूं रीअरेंज करो, फिर टी डैश माइनस टी किहदे इक्वल हो जाऊगा, वी डैश माइनस वी अपॉन ए। रीअरेंज करना आपां तां टी डैश माइनस टी की वैल्यू आपां पुट करांगे, जिहड़ी अपने कोल इक्वेशन बन रही सीगी एक्स डैश इज इक्वल टू एक्स प्लस वी टी डैश माइनस टी प्लस हाफ ए टी डैश माइनस टी स्क्वेयर। तो वैल्यूज पुट कर दो सारियां इक्वेशन दे विच जिहड़ियां अपने कोल वेलोसिटी दी फॉर्म च आ रही। तो फिर रीअरेंज करो, एक्स डैश माइनस एक्स किहदे इक्वल हो जाऊगा, वी डैश माइनस वी अपॉन ए प्लस हाफ ए वी डैश माइनस वी अपॉन ए। हुण इत्थे सारे दे उपर स्केयर सी तां ए स्केयर हो गया, न्यूमीनेटर के उपर अलग स्केयर, डिनोमीनेटर के उपर अलग स्केयर। हुण इत्थे एक ए आ, इत्थे दो ए ने, एक ए ना एक ए कट होगी, तां बने इक्वेशन वी डैश माइनस वी अपॉन ए प्लस हाफ ए वी डैश माइनस वी होल स्केयर अपॉन ए। हुण इन्हां दे विच देखो ए दोनों के डिनोमीनेटर च ते 2 एक दे विच आ रहा, तां आपां हाफ ए कॉमन कढ़िया। हुण इहदे नाल 2 मल्टीप्लाई दे विच नहीं पिया, पर आपां कि जे कॉमन कढ़िया तां 2 दे नाल इहनूं मल्टीप्लाई करना पऊ, तां इक्वेशन बनूगी हाफ ए 2 ये नहीं सी तो मल्टीप्लाई की 2 वी डैश माइनस वी प्लस वी डैश माइनस वी होल स्केयर। हम सारिया ब्रैकेट्स ओपन करो, 2 वी डैश माइनस 2 वी नू वी नाल मल्टीप्लाई की 2 वी स्केयर प्लस हम इतने फॉर्मूला लग जाऊगा ए माइनस बी होल स्केयर, वो कि इक्वल होंदा ए स्केयर प्लस बी स्केयर माइनस 2 ए बी। हम आ दोनों टर्म्स सेम आ बट साइन डिफरेंस आ रहा, तो एक दूजे के नाल कट हो जाऊ। तो इक्वेशन की बनी फिर हम ये भी अपने को एक प्लस आ एक माइनस, तो बन गया वी डैश स्केयर प्लस वी स्केयर अपॉन 2a। तो इक्वेशन बन गई वी डैश स्केयर अपने को प्लस का हो जाऊगा नाल, फिर साइन आप रीअरेंज कर देना तो माइनस बी स्केयर हो जाऊ, क्योंकि इत्थे अपने को हैगा माइनस 2v स्केयर प्लस बी स्केयर। एक टर्म माइनस की तो माइनस बी स्केयर प्लस वी डैश स्केयर, आप उही इत्थे लिखता वी डैश स्केयर माइनस बी स्केयर, तो क्रॉस मल्टीप्लाई कर दो। फिर नैक्सट हम अपने को वी कि इक्वल होंगी है यू प्लस ए टी, तो वी माइनस यू कि इक्वल हो जाऊगा ए टी दे, तो इतों टी की वैल्यू कि इक्वल आ गई वी माइनस यू अपॉन ए। तो हम फिर वैल्यूज पुट करो जी इक्वेशन आप ड्राइव की सी, एक्स इज इक्वल टू एक्स नॉट प्लस यू टी प्लस हाफ ए टी स्केयर टाइम की वैल्यू पुट करके फिर इन्हू इस तरह रीअरेंज करना जिमें आप हॉन किया सी। फिर नैक्सट है nth सैकेंड के लिए। हाँ जी किसी भी nth सैकेंड के लिए आप डिसप्लेसमेंट देखनी कि कितनी कवर की है, तो आप की करा लास्ट सैकेंड के कितनी डिसप्लेसमेंट कवर की माइनस वो तो 1 सैकेंड पहला वाली वैल्यू आप माइनस करा, तो एस एन माइनस 1। बट आप इक्वेशन ड्राइव की सी कि एस कि इक्वल होंगे यू टी प्लस हाफ ए टी स्केयर। तो हम इतने अपने को nth सैकेंड की गल की, तो टी की जगह पर आप एन पुट करा, फिर n माइनस 1 सी तो इधर n माइनस 1, क्योंकि आप रिप्लेस कर देना टी। तो हम अगे अपने को फिर ब्रैकेट्स ओपन करनिया ने सारिया तुसीं ये, तो इक्वेशन की बन जूगी हम अपने को यू एन प्लस हाफ ए एन स्केयर माइनस यू एन माइनस 1 प्लस हाफ ए माइनस बी होल स्केयर कि इक्वल होंगे ए स्केयर प्लस बी स्केयर माइनस 2 ए बी। हम उस बाद फिर कॉमन कढ़ो यू एन माइनस 1 प्लस हाफ ए एन स्केयर, फिर हम इतने एक प्लस असी माइनस हाफ ए एन स्केयर प्लस 1 माइनस 2 एन। फिर जिन्होंने यू आ रहा यू नू कॉमन कढ़ लो, यू दोनों कॉमन सी एन माइनस 1, फिर हाफ ए दोनों कॉमन आ रहा तो एन स्केयर माइनस इतने माइनस का साइन, क्योंकि ब्रैकेट के अंदर अलग टर्म आ उत्थे भी माइनस आ, तो आप ब्रैकेट के ही रखा। ऑन ब्रैकेट ओपन करो एन माइनस माइनस प्लस 1 प्लस हाफ ए एन स्केयर माइनस एन स्केयर प्लस माइनस 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 प्लस 2 एन। तो नैट इक्वेशन की बन गई यू प्लस हाफ ए 2 एन माइनस 1। थैंक यू।